ਜਥੇਦਾਰ ਸਾਹਿਬ ਨੇ ਪੰਜਾਬ ਦੇ ਪਾਣੀ ਤੇ ਪੰਜਾਬ ਦੀ ਜਵਾਨੀ ਦਾ ਮੁੱਦਾ ਚੁੱਕਿਆ ਜੀ ਬਿਲਕੁਲ। ਪਹਿਲਾਂ ਤਾਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਜੀ ਨਮਨ ਕਰਦੇ ਹਾਂ ਜੀ ਤੇ ਫਿਰ ਆਪਾਂ ਜੇ ਗੱਲ ਕਰੀਏ ਅੱਜ ਜੋ ਇਹ ਸ਼ਹੀਦੀ ਸਭਾ ਸੀਗੀ ਤਾਂ ਉਹ ਇਖਤਤਾਮ ਤੇ ਚਲੇ ਗਈ। ਤੁਹਾਨੂੰ ਪਤਾ ਹੀ ਹੈ ਕਿ ਅੱਜ ਜਿੱਦਾਂ ਕਹਿ ਲਈਏ ਕਿ ਇਹ ਇੱਕ ਹਫ਼ਤਾ ਜਿਹੜਾ ਮਨਾਇਆ ਜਾਂਦਾ ਹੈ ਸ਼ਹਾਦਤਾਂ ਨੂੰ ਸਮਰਪਿਤ, ਤਾਂ ਉਹਦਾ ਆਖਰੀ ਦਿਨ ਸੀਗਾ। ਤਾਂ ਅੱਜ ਦੇ ਦਿਨ ਇਹਨਾਂ ਨੇ ਇੱਕ ਤਕਰੀਰ ਕੀਤੀ ਹੈ, ਕਾਫੀ ਜੋਸ਼ੀਲੀ ਤਕਰੀਰ ਕਹਿ ਲਓ, ਕਾਫੀ ਜਜ਼ਬਾਤੀ ਤਕਰੀਰ ਹੈ ਜਥੇਦਾਰ ਹੋਰਾਂ ਦੀ। ਤਾਂ ਜੀ ਉਹਦੇ 'ਚ ਉਹਨਾਂ ਨੇ ਗੱਲ ਕਹੀ ਹੈ ਕਿ ਸਾਡਾ ਮਤਲਬ ਕਿ ਪਾਣੀ ਵੀ ਤੇ ਸਾਡਾ ਬ੍ਰੇਨ ਵੀ, ਇਹ ਦੋਵੇਂ ਬਾਹਰ ਲੁੱਟੇ ਜਾ ਰਹੇ ਜਾਂ ਡਰੇਨ ਕਹਿ ਲਓ ਕਿ ਹੋ ਰਿਹਾ ਹੈ। ਤਾਂ ਇਹ ਕਾਫੀ ਅਹਿਮ ਗੱਲ ਹੈ ਉਹਨਾਂ ਦੀ। ਤੇ ਨਾਲ ਉਹਨਾਂ ਨੇ ਕਿਹਾ ਕਿ ਸਾਡੀਆਂ ਇੱਥੇ ਜ਼ਮੀਨਾਂ ਵਿਕਦੀਆਂ ਪਈਆਂ ਨੇ, ਸਾਡੀਆਂ ਇੱਥੇ ਦੁਕਾਨਾਂ ਵਿਕਦੀਆਂ ਪਈਆਂ ਨੇ, ਤੇ ਅਸੀਂ ਲੋਕ ਬਾਹਰ ਜਾ ਰਹੇ ਹਾਂ, ਬਾਹਰਲੇ ਲੋਕ ਇੱਥੇ ਆ ਰਹੇ ਨੇ, ਤੇ ਕੱਲ ਨੂੰ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਨੇ, ਇਸ ਤਰ੍ਹਾਂ ਦੇ ਦਿਹਾੜੇ ਨੇ, ਕੀ ਉਹ ਬਿਹਾਰੀਆਂ ਨੇ ਮਨਾਉਣੇ ਨੇ, ਮਤਲਬ ਕਿ ਬਾਹਰੀਆਂ ਨੇ ਮਨਾਉਣੇ ਨੇ ਜੀ। ਇਹ ਉਹਨਾਂ ਨੇ ਇੱਕ ਕਿੰਤੂ ਵੀ ਕੀਤਾ ਹੈ। ਤਾਂ ਮਤਲਬ ਕਿ ਕਹਿਣ ਦਾ ਭਾਵ ਇਹ ਹੈ ਕਿ ਧਰਮ ਪਰਿਵਰਤਨ ਦੇ ਮੁੱਦੇ ਤੋਂ ਲੈ ਕੇ ਉਹਨਾਂ ਨੇ ਜੋ ਇੱਕ ਸਾਡਾ ਇਸ ਵੇਲੇ ਦਾ ਕ੍ਰਾਈਸਿਸ ਹੈ ਕਿ ਜਿਸ ਤਰ੍ਹਾਂ ਇੱਕ ਸਾਡੇ ਵਿੱਚ ਹੋੜ ਲੱਗੀ ਹੋਈ ਹੈ ਕਿ ਵਿਦੇਸ਼ ਨੂੰ ਪਹੁੰਚ ਜਾਵੇ, ਹਰੇਕ ਬੰਦਾ ਇਹੀ ਗੱਲ ਸੋਚਦਾ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਇਹ ਸਾਰੇ ਅਹਿਮ ਮੁੱਦੇ ਜਿਹੜੇ ਛੋਏ ਆ, ਨਾਲ ਸਰਕਾਰ ਨੂੰ ਵੀ ਕਿਹਾ ਹੈ ਕਿ ਬਈ ਅਸੀਂ ਸਰਕਾਰ ਨੂੰ ਆਨੇ ਆ, ਅਪੀਲ ਕਰਦੇ ਹਾਂ ਕਿ ਬਈ ਤੁਸੀਂ ਕੋਈ ਐਸਾ ਕਾਨੂੰਨ ਬਣਾ ਦਿਓ, ਐਸਾ ਕੋਈ ਲਾਅ ਲੈ ਆਓ ਕਿ ਜਿਹਦੇ ਤਹਿਤ ਇੱਥੇ ਦੀ ਜਿਹੜੀ ਜ਼ਮੀਨ ਆ ਉਹ ਕੋਈ ਵਾਰੀ ਆ ਕੇ ਖਰੀਦ ਨਾ ਸਕੇ। ਤਾਂ ਇਹ ਗੱਲਾਂ ਜਿਹੜੀਆਂ ਆਪਾਂ ਆਮ ਹੀ ਸੁਣਦੇ ਹਾਂ ਅੱਜ ਕੱਲ, ਜੇ ਵੇਖੀਏ ਤਾਂ ਕਾਫੀ ਹੋਰ ਵੀ ਹਸਤੀਆਂ ਹੈਗੀਆਂ ਜਿਹੜੀਆਂ ਇਹੋ ਜਿਹੇ ਮੁੱਦੇ ਚੁੱਕਦੀਆਂ ਨੇ। ਤਾਂ ਅੱਜ ਜਥੇਦਾਰ ਸਾਹਿਬ ਨੇ ਵੀ ਇਹੀ ਗੱਲ ਕਹੀ ਆ। ਪਰ ਵੱਡਾ ਸਵਾਲ ਪ੍ਰਵੀਨ ਜੀ ਇਹੋ ਆ ਨਾ ਕਿ ਪ੍ਰਵਾਸ ਜਿਹੜਾ ਹੁੰਦਾ, ਪ੍ਰਵਾਸ ਬਹੁ ਪ੍ਰਤੀ ਸਮੱਸਿਆਵਾਂ ਕਰਕੇ ਹੁੰਦਾ, ਕੋਈ ਇੱਕ ਸਮੱਸਿਆ ਨਹੀਂ ਹੁੰਦੀ ਉਹਦੇ ਨਾਲ। ਜੀ ਜੀ ਜੀ। ਤਾਂ ਉਹ ਸਮੱਸਿਆਵਾਂ ਕਿਉਂ ਹੋਈਆਂ ਪੈਦਾ, ਉਹਨਾਂ ਦਾ ਹੱਲ ਕਿਉਂ ਨਹੀਂ ਹੋ ਸਕਿਆ ਤੇ ਉਹਨਾਂ ਦਾ ਹੱਲ ਕੀ ਹੈ, ਇੱਕ ਬੜਾ ਵੱਡਾ ਤੇ ਕਹਿ ਲਈਏ ਕਿ ਵਿਸ਼ਾਲ ਦਾਇਰੇ ਵਾਲਾ ਇੱਕ ਡਿਬੇਟ ਹੈ ਜੀ। ਹੁਣ ਜਿਹੜੀ ਦੂਜੀ ਗੱਲ ਹੈ ਕਿ ਦੇਖੋ ਜ਼ਮੀਨ ਦਾ ਮਾਮਲਾ ਹੈ, ਉਹ ਇਸ ਤਰ੍ਹਾਂ ਕਿ ਇਹਨਾਂ ਨੇ ਤਾਂ ਜਿਹੜਾ ਕਸ਼ਮੀਰ ਦੇ ਕੋਲ ਇੱਕ ਵੱਖਰਾ ਅਖਤਿਆਰ ਸੀਗਾ, ਅਧਿਕਾਰ ਸੀ, ਉਹ ਵੀ ਖਤਮ ਕਰ ਦਿੱਤਾ। ਅੱਜ ਤੁਸੀਂ ਦੇਖੋ ਉਹਨਾਂ ਦੇ ਮਿਨਰਲਸ ਵੀ ਜਿਹੜੇ ਆ ਉਹ ਉਹਦੇ ਤੇ ਜਾ ਕੇ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕੇਂਦਰੀਕਰਨ ਹੋ ਕੇ ਤੇ ਖੁੱਲਾ ਖੇਡ ਹੈ ਜੀ। ਤੇ ਇਸ ਤਰ੍ਹਾਂ ਦੀ ਜਿਹੜੀ ਪ੍ਰੋਟੈਕਸ਼ਨ ਹੁੰਦੀ ਹੈ ਉਹ ਇੱਥੋਂ ਦੀ ਸਰਕਾਰ ਤੇ ਦੇ ਨਹੀਂ ਸਕਦੀ ਤੁਹਾਨੂੰ। ਇਹ ਤਾਂ ਸਪੈਸ਼ਲ ਸਟੇਟਸ ਹੈ ਕਿ ਕਿਸੇ ਵੀ ਖਿੱਤੇ ਨੂੰ, ਕਿਸੇ ਵੀ ਸਭਿਅਤਾ ਨੂੰ ਇੱਕ ਸਪੈਸ਼ਲ ਸਟੇਟਸ ਮਿਲ ਜਾਵੇ ਜੀ। ਕਿਉਂਕਿ ਦੇਖੋ ਸੰਵਿਧਾਨ ਦੇ ਵਿੱਚ ਜਦੋਂ ਬਰੋਬਰਤਾ ਹੈ, ਅਸੀਂ ਆਪਣੀ ਜ਼ਮੀਨ ਕਿਤੇ ਵੀ ਜਾ ਕੇ ਖਰੀਦ ਸਕਦੇ ਹਾਂ। ਜਿਹੜੀਆਂ ਸਟੇਟਾਂ ਦਾ ਹਵਾਲਾ ਦਿੱਤਾ ਜਾਂਦਾ ਉਹਨਾਂ ਵਾਸਤੇ ਸਪੈਸ਼ਲ ਸਟੇਟਸ ਹੁੰਦਾ ਹੈ ਜੀ, ਖਾਸ ਸਟੇਟਸ ਹੁੰਦਾ ਹੈ। ਤਾਂ ਉਹ ਚੀਜ਼ ਜਿਹੜੀ ਹੈ ਨਾ ਉਹ ਆਪਾਂ ਨੂੰ ਦ੍ਰਿਸ਼ਟੀਗੋਚਰ ਰੱਖਣੀ ਚਾਹੀਦੀ ਹੈ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਡਿਮਾਂਡ ਕਰਦੇ ਆ ਤਾਂ ਉਹਦੇ ਵਿੱਚ ਤੁਹਾਨੂੰ ਮਤਲਬ ਕਿ ਇਹ ਮੰਗਣਾ ਪਵੇਗਾ ਕਿ ਸਾਡੀ ਸਭਿਅਤਾ ਦੀ ਰਾਖੀ ਵਾਸਤੇ ਬਈ ਇਹ ਚੀਜ਼ਾਂ ਜ਼ਰੂਰੀ ਨੇ। ਅਦਰਵਾਈਜ਼ ਤਾਂ ਫਿਰ ਉਹ ਰਲਗੋਬਾ ਜਾ ਹੋ ਜਾਏਗਾ ਨਾ, ਫਿਰ ਤਾਂ ਹਰੇਕ ਸਟੇਟ ਕਹੇਗੀ। ਹਰੇਕ ਸਟੇਟ ਜੇ ਆਪਣੇ ਪੱਧਰ ਤੇ ਕਰ ਸਕਦੀ ਹੁੰਦੀ ਤਾਂ ਜਿਵੇਂ ਨੌਕਰੀਆਂ ਦਾ ਪ੍ਰੋਟੈਕਸ਼ਨਿਜ਼ਮ ਹੈ ਉਹ ਤਾਂ ਫਿਰ ਇਹਦੇ ਵਿੱਚ ਵੀ ਹੋ ਜਾਂਦਾ। ਪਰੰਤੂ ਨੌਕਰੀਆਂ ਦੇ ਪ੍ਰੋਟੈਕਸ਼ਨਿਜ਼ਮ ਵਿੱਚ ਵੀ ਤੁਸੀਂ ਜੇ ਦੇਖੋਗੇ ਜਿੰਨੇ ਵੀ ਰਾਜਾਂ ਨੇ ਹੁਣ ਤੱਕ ਇਸ ਤਰ੍ਹਾਂ ਦੇ ਫੈਸਲੇ ਲਏ ਆ, ਮੈਨੂੰ ਨਹੀਂ ਉਮੀਦ ਹੈਗੀ ਕਿ ਇੰਡੀਆ 'ਚ ਇੱਕ ਨੇ ਵੀ ਚੰਗੀ ਤਰ੍ਹਾਂ ਲਾਗੂ ਕੀਤਾ ਹੋਵੇ ਜੀ। ਤਾਂ ਇਹ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਜਜ਼ਬਾਤੀ ਤਕਰੀਰਾਂ 'ਚ ਜਾਂ ਸਾਡੀਆਂ ਬਹਿਸਾਂ 'ਚ ਤੇ ਗੱਲਾਂ ਜਿਹੜੀਆਂ ਨੇ ਉਹ ਬੜੀਆਂ ਸੌਖੀਆਂ ਲੱਗਦੀਆਂ, ਪਰ ਇਹਨੂੰ ਕਰਨ ਵਾਸਤੇ ਇਹ ਹੈ ਕਿ ਬਈ ਤੁਹਾਡੇ ਕੋਲ ਪੋਲੀਟੀਕਲ ਤਾਕਤ ਬਹੁਤ ਹੋਣੀ ਚਾਹੀਦੀ ਹੈ। ਪੋਲੀਟੀਕਲ ਤਾਕਤ ਤੋਂ ਭਾਵ ਇਹ ਹੈ ਕਿ ਕੇਂਦਰੀ ਲੀਡਰਸ਼ਿਪ ਜਿਹਨੇ ਫੈਸਲਾ ਲੈਣਾ ਤਾਂ ਉਹਦੇ ਨਾਲ ਤੁਹਾਡੀ ਗੁੱਡਵਿਲ ਹੋਵੇ, ਤੇ ਜਾਂ ਕੇਂਦਰੀ ਲੀਡਰਸ਼ਿਪ ਨੂੰ ਤੁਸੀਂ ਦਬਾਅ 'ਚ ਲਿਆ ਸਕਦੇ ਹੋ, ਤੁਹਾਡੇ ਕੋਲ ਇੰਨੀ ਪੋਲੀਟੀਕਲ ਪਾਵਰ ਹੋਵੇ। ਇਹ ਚੀਜ਼ਾਂ ਹੁੰਦੀਆਂ ਨੇ। ਖੈਰ ਚਲੋ, ਜੇ ਆਪਾਂ ਇਸ ਤੋਂ ਇਲਾਵਾ ਦੇਖੀਏ ਅੱਜ ਦਾ ਜਿਹੜਾ ਸਮਾਗਮ ਸੀਗਾ ਉਹ ਤੇ ਇੱਕ ਵਾਰੀ ਸਮਾਪਤੀ ਤੇ ਪਹੁੰਚ ਗਿਆ। ਖੈਰ ਇਸ ਤਕਰੀਰ ਦੀ ਚਰਚਾ ਜ਼ਰੂਰ ਚੱਲੇਗੀ, ਹੋਰ ਸਮੇਂ ਤੱਕ ਚੱਲ ਸਕਦੀ ਹੈ, ਪਰ ਇਹਨਾਂ ਨੇ
2-3 ਐਲਾਨ ਕੀਤੇ ਹੋਏ ਨੇ ਪਿਛਲੇ ਕੁਝ ਦਿਨਾਂ ਦੇ, ਜਿੱਦਾਂ ਕਹਿ ਲਓ ਕਿ ਅਸੀਂ ਇੱਕ ਜਿਵੇਂ ਮੁਸਲਮਾਨਾਂ ਦਾ ਬੈਂਕ ਹੈ ਉਸ ਤਰਜ਼ ਤੇ ਅਸੀਂ ਇੱਕ ਬੈਂਕ ਬਣਾਵਾਂਗੇ ਸਿੱਖਾਂ ਵਾਸਤੇ, ਜਾਂ ਸਿੱਖਾਂ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਤੱਕ ਖੜਨ ਵਾਸਤੇ ਅਸੀਂ ਇੱਕ ਢਾਂਚਾ ਖੜਾ ਕਰਾਂਗੇ। ਪਰ ਉਹ ਚੀਜ਼ਾਂ ਕਿੱਥੇ ਨੇ? ਬਿਆਨ ਤੇ ਅੱਗੇ ਬਥੇਰੇ ਦਿੱਤੇ ਨੇ ਜੀ, ਬਿਆਨ ਨਾਲ ਕੁਝ ਨਹੀਂ ਹੋਏਗਾ। ਗੱਲ ਤੇ ਇਹ ਹੈ ਕਿ ਅਮਲ ਚ ਲਿਆਓ ਇਹਨਾਂ ਚੀਜ਼ਾਂ ਨੂੰ। ਜਿਹੜੇ ਇੱਥੇ ਹੁਣ ਤੁਸੀਂ ਬੱਚਿਆਂ ਨੂੰ ਪੁੱਛ ਲਓ, 18-20 ਸਾਲ ਦੇ ਬੱਚੇ ਨੂੰ ਪੁੱਛ ਲਓ ਤੁਸੀਂ, ਉਹਦੀ ਮਤਲਬ ਕਿ ਕੀ ਉਹਦੀ ਚੋਣ ਕੀ ਹੈ? ਉਹ ਤੁਹਾਡੇ ਮਾਹੌਲ 'ਚ ਰਹਿਣਾ ਨਹੀਂ ਚਾਹੁੰਦਾ। ਉਹੀ ਗੱਲ ਹੈ ਨਾ ਕਿ ਜੇ ਬੱਚਾ ਇੱਥੇ ਰੱਖਣਾ ਅਸੀਂ ਤਾਂ ਉਹਦੇ ਵਾਸਤੇ ਕਰਨਾ ਕੀ ਹੈ? ਸਾਡੇ ਕੋਲ ਜੌਬਸ ਕਿੱਥੇ ਨੇ? ਸਾਡੇ ਕੋਲ ਮਤਲਬ ਕਿ ਉਚੇਰੀ ਸਿੱਖਿਆ ਕਿੱਥੇ ਆ? ਆਈਐਸ ਤੁਹਾਡੇ ਕਿੰਨੇ ਕੁ ਨਿਕਲ ਰਹੇ ਨੇ ਜੀ? ਆਈਪੀਐਸ ਤੁਹਾਡੇ ਕਿੰਨੇ ਕੁ ਨਿਕਲ ਰਹੇ ਨੇ? ਆਈਆਰਐਸ ਤੁਹਾਡੇ ਕਿੰਨੇ ਕੁ ਨਿਕਲ ਰਹੇ ਨੇ ਜੀ? ਯੂਪੀਐਸਸੀ ਦੇ ਵਿੱਚ ਕਿੰਨੇ ਕੁ ਤੁਹਾਡੇ ਟੌਪਰ ਆਉਂਦੇ ਨੇ? ਤਾਂ ਗੱਲ ਇਹ ਹੈ ਕਿ ਇਸ ਵਾਸਤੇ ਤਾਂ ਤੁਹਾਨੂੰ ਇਹ ਇਕੱਲੀਆਂ ਤਕਰੀਰਾਂ ਨਹੀਂ, ਇਹਦੇ ਵਿੱਚ ਕੀ ਹੈ ਕਿ ਤਦਬੀਰਾਂ ਵੀ ਤੁਹਾਨੂੰ ਕੱਢਣੀਆਂ ਪੈਣਗੀਆਂ, ਤੁਹਾਨੂੰ ਵਿਉਂਤਬੰਦੀਆਂ ਵੀ ਕਰਨੀਆਂ ਪੈਣਗੀਆਂ। ਉਹਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਰਹਿਨੁਮਾ ਲੋਕ ਜਿਹੜੇ ਹੋ ਤਾਂ ਇੱਕ ਰੋਡ ਮੈਪ ਲੈ ਕੇ ਆਓ ਤੇ ਉਹਦੇ ਤੇ ਕੰਮ ਕਿਸ ਤਰ੍ਹਾਂ ਕੀਤਾ ਜਾਣਾ, ਫਿਰ ਉਹਦੇ ਤੇ ਜਦੋਂ ਤੁਸੀਂ ਸਾਰੀ ਸਹਿਮਤੀ ਬਣਾ ਲਓਗੇ ਤਾਂ ਇਹ ਚੀਜ਼ਾਂ ਹੱਲ ਵੱਲ ਜਾ ਵੀ ਸਕਦੀਆਂ। ਇੰਪੋਸੀਬਲ ਤੇ ਕੁਝ ਨਹੀਂ ਹੁੰਦਾ, ਪਰ ਹਾਲ ਦੀ ਘੜੀ ਕਹਿ ਲਈਏ ਕਿ ਇਹ ਚੀਜ਼ਾਂ ਜਿਵੇਂ ਮੈਂ ਕਿਹਾ ਕਿ ਬਹੁਪਰਤੀ ਸਮੱਸਿਆਵਾਂ ਦਾ ਸੁਮੇਲ ਨੇ। ਜੀ,